ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਅੱਜ ਵਿਜੇ ਦਸ਼ਮੀ ਯਾਨੀ ਦੁਸਹਿਰੇ ਦਾ ਤਿਉਹਾਰ ਹੈ। ਇਸ ਪਵਿੱਤਰ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਢੇਰਾਂ ਸ਼ੁਭਕਾਮਨਾਵਾਂ। ਦੁਸਹਿਰੇ ਦਾ ਇਹ ਤਿਉਹਾਰ ਝੂਠ ਉੱਤੇ ਸੱਚਾਈ ਦੀ ਜਿੱਤ ਦਾ ਤਿਉਹਾਰ ਹੈ, ਲੇਕਿਨ ਨਾਲ ਹੀ ਇਹ ਇੱਕ ਤਰ੍ਹਾਂ ਨਾਲ ਮੁਸੀਬਤਾਂ ਉੱਤੇ ਧੀਰਜ ਦੀ ਜਿੱਤ ਦਾ ਤਿਉਹਾਰ ਵੀ ਹੈ। ਅੱਜ ਤੁਸੀਂ ਸਾਰੇ ਬਹੁਤ ਸੰਜਮ ਨਾਲ ਜੀ ਰਹੇ ਹੋ, ਮਰਿਆਦਾ ਵਿੱਚ ਰਹਿ ਕੇ ਪਰਵ ਤਿਉਹਾਰ ਮਨਾ ਰਹੇ ਹੋ। ਇਸ ਲਈ ਜੋ ਲੜਾਈ ਅਸੀਂ ਲੜ ਰਹੇ ਹਾਂ, ਉਸ ਵਿੱਚ ਜਿੱਤ ਵੀ ਨਿਸ਼ਚਿਤ ਹੈ। ਪਹਿਲਾਂ ਦੁਰਗਾ ਪੰਡਾਲ ਵਿੱਚ ਮਾਂ ਦੇ ਦਰਸ਼ਨਾਂ ਲਈ ਇੰਨੀ ਭੀੜ ਇਕੱਠੀ ਹੋ ਜਾਂਦੀ ਸੀ, ਇੱਕਦਮ ਮੇਲੇ ਵਰਗਾ ਮਾਹੌਲ ਰਹਿੰਦਾ ਸੀ, ਲੇਕਿਨ ਇਸ ਵਾਰ ਅਜਿਹਾ ਨਹੀਂ ਹੋ ਸਕਿਆ। ਪਹਿਲਾਂ ਦੁਸਹਿਰੇ ਉੱਤੇ ਵੀ ਵੱਡੇ ਮੇਲੇ ਲੱਗਦੇ ਸਨ, ਲੇਕਿਨ ਇਸ ਵਾਰ ਉਨ੍ਹਾਂ ਦਾ ਰੂਪ ਵੀ ਵੱਖਰਾ ਹੀ ਹੈ। ਰਾਮਲੀਲਾ ਦਾ ਤਿਉਹਾਰ ਵੀ ਉਸ ਦਾ ਬਹੁਤ ਵੱਡਾ ਆਕਰਸ਼ਣ ਸੀ, ਲੇਕਿਨ ਉਸ ਵਿੱਚ ਵੀ ਕੁਝ ਨਾ ਕੁਝ ਪਾਬੰਦੀਆਂ ਲੱਗੀਆਂ ਨੇ। ਪਹਿਲਾਂ ਨਵਰਾਤਰਿਆਂ ਉੱਤੇ ਗੁਜਰਾਤ ਦੇ ਗਰਬਾ ਦੀ ਗੂੰਜ ਹਰ ਪਾਸੇ ਛਾਈ ਰਹਿੰਦੀ ਸੀ। ਇਸ ਵਾਰੀ ਵੱਡੇ ਆਯੋਜਨ ਸਾਰੇ ਬੰਦ ਨੇ। ਅਜੇ ਅੱਗੇ ਹੋਰ ਵੀ ਕਈ ਤਿਉਹਾਰ ਆਉਣ ਵਾਲੇ ਨੇ। ਅੱਗੇ ਈਦ ਹੈ, ਸ਼ਰਦ ਪੂਰਨਿਮਾ ਹੈ, ਵਾਲਮੀਕੀ ਜਯੰਤੀ ਹੈ, ਫਿਰ ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਮਈਆ ਦੀ ਪੂਜਾ ਹੈ, ਗੁਰੂ ਨਾਨਕ ਦੇਵ ਜੀ ਦੀ ਜਯੰਤੀ ਹੈ। ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਅਸੀਂ ਸੰਜਮ ਨਾਲ ਹੀ ਕੰਮ ਲੈਣਾ ਹੈ, ਮਰਿਆਦਾ ਵਿੱਚ ਹੀ ਰਹਿਣਾ ਹੈ। ਸਾਥੀਓ, ਜਦੋਂ ਅਸੀਂ ਤਿਉਹਾਰ ਦੀ ਗੱਲ ਕਰਦੇ ਹਾਂ, ਤਿਆਰੀ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਮਨ ਵਿੱਚ ਇਹੀ ਆਉਂਦਾ ਹੈ ਕਿ ਬਾਜ਼ਾਰ ਕਦੋਂ ਜਾਣਾ ਹੈ, ਕੀ ਖਰੀਦਣਾ ਹੈ। ਖਾਸ ਕਰ ਬੱਚਿਆਂ ਵਿੱਚ ਤਾਂ ਇਸ ਦਾ ਵਿਸ਼ੇਸ਼ ਉਤਸ਼ਾਹ ਰਹਿੰਦਾ ਹੈ। ਇਸ ਵਾਰੀ ਤਿਉਹਾਰ ਉੱਤੇ ਨਵਾਂ ਕੀ ਮਿਲਣ ਵਾਲਾ ਹੈ। ਤਿਉਹਾਰਾਂ ਦੀ ਇਹ ਉਮੰਗ ਅਤੇ ਬਾਜ਼ਾਰ ਦੀ ਚਮਕ ਇੱਕ ਦੂਜੇ ਨਾਲ ਜੁੜੀਆਂ ਨੇ। ਲੇਕਿਨ ਇਸ ਵਾਰੀ ਜਦੋਂ ਤੁਸੀਂ ਖਰੀਦਦਾਰੀ ਕਰਨ ਜਾਓ, ਤਾਂ ਵੋਕਲ ਫਾਰ ਲੋਕਲ ਦਾ ਆਪਣਾ ਸੰਕਲਪ ਜ਼ਰੂਰ ਯਾਦ ਰੱਖੋ। ਬਾਜ਼ਾਰ ਤੋਂ ਸਮਾਨ ਖਰੀਦਣ ਸਮੇਂ ਅਸੀਂ ਸਥਾਨਕ ਉਤਪਾਦਾਂ ਨੂੰ ਪਹਿਲ ਦੇਣੀ ਹੈ। ਸਾਥੀਓ, ਤਿਉਹਾਰਾਂ ਦੇ ਇਸ ਖੁਸ਼ੀ ਭਰੇ ਮੌਕੇ ਉੱਤੇ ਲਾਕਡਾਊਨ ਦੇ ਸਮੇਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਲਾਕਡਾਊਨ ਵਿੱਚ ਅਸੀਂ ਸਮਾਜ ਦੇ ਉਹਨਾਂ ਸਾਥੀਆਂ ਨੂੰ ਹੋਰ ਨਜ਼ਦੀਕ ਤੋਂ ਜਾਣਿਆ ਹੈ, ਜਿਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਸਫਾਈ ਕਰਮਚਾਰੀ, ਘਰ ਵਿੱਚ ਕੰਮ ਕਰਨ ਵਾਲੇ ਭੈਣ-ਭਰਾ, ਲੋਕਲ ਸਬਜ਼ੀ ਵਾਲੇ, ਦੁੱਧ ਵਾਲੇ, ਸਿਕਿਉਰਿਟੀ ਗਾਰਡਜ਼, ਇਨ੍ਹਾਂ ਸਾਰਿਆਂ ਦਾ ਸਾਡੇ ਜੀਵਨ ਵਿੱਚ ਕੀ ਰੋਲ ਹੈ, ਅਸੀਂ ਹੁਣ ਭਲੀ-ਭਾਂਤ ਮਹਿਸੂਸ ਕੀਤਾ ਹੈ। ਮੁਸ਼ਕਿਲ ਸਮੇਂ ਵਿੱਚ ਇਹ ਤੁਹਾਡੇ ਨਾਲ ਸਨ, ਸਾਡੇ ਸਾਰਿਆਂ ਦੇ ਨਾਲ ਸਨ। ਹੁਣ ਆਪਣੇ ਤਿਉਹਾਰਾਂ ਵਿੱਚ, ਆਪਣੀਆਂ ਖੁਸ਼ੀਆਂ ਵਿੱਚ ਵੀ ਅਸੀਂ ਇਨ੍ਹਾਂ ਨੂੰ ਨਾਲ ਰੱਖਣਾ ਹੈ। ਮੇਰਾ ਅਨੁਰੋਧ ਹੈ ਕਿ ਜਿਵੇਂ ਵੀ ਸੰਭਵ ਹੋਵੇ, ਇਨ੍ਹਾਂ ਨੂੰ ਆਪਣੀਆਂ ਖੁਸ਼ੀਆਂ ਵਿੱਚ ਸ਼ਾਮਿਲ ਜ਼ਰੂਰ ਕਰੋ। ਪਰਿਵਾਰ ਦੇ ਮੈਂਬਰ ਦੇ ਵਾਂਗ ਕਰੋ। ਫਿਰ ਤੁਸੀਂ ਵੇਖੋਗੇ ਤੁਹਾਡੀਆਂ ਖੁਸ਼ੀਆਂ ਕਿੰਨੀਆਂ ਵੱਧ ਜਾਂਦੀਆਂ ਨੇ। ਸਾਥੀਓ, ਅਸੀਂ ਆਪਣੇ ਉਹਨਾਂ ਬਹਾਦਰ ਸੈਨਿਕਾਂ ਨੂੰ ਵੀ ਯਾਦ ਰੱਖਣਾ ਹੈ ਜੋ ਇਨ੍ਹਾਂ ਤਿਉਹਾਰਾਂ ਵਿੱਚ ਵੀ ਸਰਹੱਦਾਂ ਉੱਤੇ ਡਟੇ ਹੋਏ ਨੇ, ਭਾਰਤ ਮਾਤਾ ਦੀ ਸੇਵਾ ਅਤੇ ਸੁਰੱਖਿਆ ਕਰ ਰਹੇ ਨੇ। ਅਸੀਂ ਉਨ੍ਹਾਂ ਨੂੰ ਯਾਦ ਕਰਕੇ ਹੀ ਆਪਣੇ ਤਿਉਹਾਰ ਮਨਾਉਣੇ ਨੇ। ਅਸੀਂ ਘਰ ਵਿੱਚ ਇੱਕ ਦੀਵਾ ਭਾਰਤ ਮਾਤਾ ਦੇ ਇਨ੍ਹਾਂ ਵੀਰ ਬੇਟੇ-ਬੇਟੀਆਂ ਦੇ ਸਨਮਾਨ ਵਿੱਚ ਜਗਾਉਣਾ ਹੈ। ਮੈਂ ਆਪਣੇ ਵੀਰ ਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਭਾਵੇਂ ਸਰਹੱਦ ਉੱਤੇ ਹੋ, ਲੇਕਿਨ ਪੂਰਾ ਦੇਸ਼ ਤੁਹਾਡੇ ਨਾਲ ਹੈ, ਤੁਹਾਡੇ ਲਈ ਕਾਮਨਾ ਕਰ ਰਿਹਾ ਹੈ। ਮੈਂ ਉਨ੍ਹਾਂ ਪਰਿਵਾਰਾਂ ਦੇ ਪਿਆਰ ਨੂੰ ਵੀ ਨਮਨ ਕਰਦਾ, ਜਿਨ੍ਹਾਂ ਦੇ ਬੇਟੇ-ਬੇਟੀਆਂ ਅੱਜ ਸਰਹੱਦ ਤੇ ਨੇ। ਹਰ ਉਹ ਵਿਅਕਤੀ ਜੋ ਦੇਸ਼ ਨਾਲ ਜੁੜੀ ਕਿਸੇ ਨਾ ਕਿਸੇ ਜ਼ਿੰਮੇਵਾਰੀ ਦੀ ਵਜ੍ਹਾ ਨਾਲ ਆਪਣੇ ਘਰ ਵਿੱਚ ਨਹੀਂ ਹੈ, ਆਪਣੇ ਪਰਿਵਾਰ ਤੋਂ ਦੂਰ ਹੈ, ਮੈਂ ਦਿਲ ਤੋਂ ਉਸ ਦਾ ਆਭਾਰ ਪ੍ਰਗਟ ਕਰਦਾ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਜਦੋਂ ਅਸੀਂ ਲੋਕਲ ਦੇ ਲਈ ਵੋਕਲ ਹੋ ਰਹੇ ਹਾਂ, ਤਾਂ ਦੁਨੀਆ ਵੀ ਸਾਡੇ ਲੋਕਲ ਪ੍ਰੋਡਕਟਸ ਦੀ ਫੈਨ ਹੋ ਰਹੀ ਹੈ। ਸਾਡੇ ਕਈ ਲੋਕਲ ਪ੍ਰੋਡਕਟਸ ਵਿੱਚ ਗਲੋਬਲ ਹੋਣ ਦੀ ਬਹੁਤ ਵੱਡੀ ਸ਼ਕਤੀ ਹੈ। ਜਿਵੇਂ ਇੱਕ ਉਦਾਹਰਣ ਹੈ ਖਾਦੀ ਦਾ। ਲੰਮੇ ਸਮੇਂ ਤੱਕ ਖਾਦੀ ਸਾਦਗੀ ਦੀ ਪਛਾਣ ਰਹੀ ਹੈ, ਲੇਕਿਨ ਸਾਡੀ ਖਾਦੀ ਅੱਜ ਈਕੋ ਫ੍ਰੈਂਡਲੀ ਫੈਬਰਿਕ ਦੇ ਰੂਪ ਵਿੱਚ ਜਾਣੀ ਜਾ ਰਹੀ ਹੈ। ਸਿਹਤ ਦੇ ਪੱਖੋਂ ਵੀ ਇਹ ਬਾਡੀ ਫ੍ਰੈਂਡਲੀ ਫੈਬਰਿਕ ਹੈ, ਆਲ ਵੈਦਰ ਫੈਬਰਿਕ ਹੈ, ਅਤੇ ਅੱਜ
ਖਾਦੀ ਫੈਸ਼ਨ ਸਟੇਟਮੈਂਟ ਤਾਂ ਬਣ ਹੀ ਰਹੀ ਹੈ, ਖਾਦੀ ਦੀ ਪੋਪੁਲੈਰਿਟੀ ਤਾਂ ਵਧ ਹੀ ਰਹੀ ਹੈ, ਨਾਲ ਹੀ ਦੁਨੀਆ ਵਿੱਚ ਕਈ ਜਗ੍ਹਾ ਖਾਦੀ ਬਣਾਈ ਵੀ ਜਾ ਰਹੀ ਹੈ। ਮੈਕਸੀਕੋ ਵਿੱਚ ਇੱਕ ਜਗ੍ਹਾ ਓਹਾਕਾ, ਇਸ ਇਲਾਕੇ ਵਿੱਚ ਕਈ ਪਿੰਡ ਅਜਿਹੇ ਨੇ ਜਿੱਥੇ ਸਥਾਨਕ ਦਿਹਾਤੀ ਖਾਦੀ ਬੁਣਨ ਦਾ ਕੰਮ ਕਰਦੇ ਨੇ। ਅੱਜ ਇੱਥੋਂ ਦੀ ਖਾਦੀ ਓਹਾਕਾ ਖਾਦੀ ਦੇ ਨਾਂ ਨਾਲ ਪ੍ਰਸਿੱਧ ਹੋ ਚੁੱਕੀ ਹੈ। ਓਹਾਕਾ ਵਿੱਚ ਖਾਦੀ ਕਿਵੇਂ ਪਹੁੰਚੀ, ਇਹ ਵੀ ਘੱਟ ਇੰਟਰੈਸਟਿੰਗ ਨਹੀਂ ਹੈ। ਦਰਅਸਲ ਮੈਕਸੀਕੋ ਦੇ ਇੱਕ ਨੌਜਵਾਨ ਮਾਰਕ ਬਰਾਊਨ ਨੇ ਇੱਕ ਵਾਰ ਮਹਾਤਮਾ ਗਾਂਧੀ ਬਾਰੇ ਇੱਕ ਫਿਲਮ ਦੇਖੀ। ਬਰਾਊਨ ਇਹ ਫਿਲਮ ਵੇਖ ਕੇ ਬਾਪੂ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹ ਭਾਰਤ ਵਿੱਚ ਬਾਪੂ ਦੇ ਆਸ਼ਰਮ ਆਏ ਅਤੇ ਬਾਪੂ ਦੇ ਬਾਰੇ ਹੋਰ ਗਹਿਰਾਈ ਨਾਲ ਜਾਣਿਆ ਸਮਝਿਆ। ਉਦੋਂ ਬਰਾਊਨ ਨੂੰ ਅਹਿਸਾਸ ਹੋਇਆ ਕਿ ਖਾਦੀ ਸਿਰਫ ਇੱਕ ਕੱਪੜਾ ਹੀ ਨਹੀਂ ਹੈ, ਬਲਕਿ ਇਹ ਤਾਂ ਇੱਕ ਪੂਰੀ ਜੀਵਨ ਪੱਧਤੀ ਹੈ। ਇਸ ਨਾਲ ਕਿਸ ਤਰ੍ਹਾਂ ਗ੍ਰਾਮੀਣ ਅਰਥ ਵਿਵਸਥਾ ਅਤੇ ਆਤਮ ਨਿਰਭਰਤਾ ਦਾ ਦਰਸ਼ਨ ਜੁੜਿਆ ਹੈ। ਬਰਾਊਨ ਇਸ ਨਾਲ ਬਹੁਤ ਪ੍ਰਭਾਵਿਤ ਹੋਏ। ਉਦੋਂ ਤੋਂ ਹੀ ਬਰਾਊਨ ਨੇ ਠਾਣ ਲਿਆ ਕਿ ਉਹ ਮੈਕਸੀਕੋ ਵਿੱਚ ਜਾ ਕੇ ਖਾਦੀ ਦਾ ਕੰਮ ਸ਼ੁਰੂ ਕਰਨਗੇ। ਉਨ੍ਹਾਂ ਨੇ ਮੈਕਸੀਕੋ ਦੇ ਓਹਾਕਾ ਵਿੱਚ ਪਿੰਡ ਵਾਲਿਆਂ ਨੂੰ ਖਾਦੀ ਦਾ ਕੰਮ ਸਿਖਾਇਆ, ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਅਤੇ ਅੱਜ ਓਹਾਕਾ ਖਾਦੀ ਇੱਕ ਬ੍ਰਾਂਡ ਬਣ ਗਿਆ ਹੈ। ਇਸ ਪ੍ਰੋਜੈਕਟ ਦੀ ਵੈੱਬਸਾਈਟ 'ਤੇ ਲਿਖਿਆ ਹੈ, ਦ ਸਿੰਬਲ ਆਫ ਧਰਮਾ ਇਨ ਮੋਸ਼ਨ। ਇਸ ਵੈੱਬਸਾਈਟ ਵਿੱਚ ਮਾਰਕ ਬਰਾਊਨ ਦਾ ਬਹੁਤ ਹੀ ਦਿਲਚਸਪ ਇੰਟਰਵਿਊ ਵੀ ਮਿਲੇਗਾ। ਉਹ ਦੱਸਦੇ ਨੇ ਕਿ ਸ਼ੁਰੂ ਵਿੱਚ ਲੋਕਾਂ ਨੂੰ ਖਾਦੀ ਬਾਰੇ ਕੁਝ ਸ਼ੰਕਾ ਸੀ, ਪਰੰਤੂ ਆਖਿਰਕਾਰ ਇਸ ਵਿੱਚ ਲੋਕਾਂ ਦੀ ਦਿਲਚਸਪੀ ਵਧੀ ਅਤੇ ਇਸ ਦਾ ਬਾਜ਼ਾਰ ਤਿਆਰ ਹੋ ਗਿਆ। ਉਹ ਕਹਿੰਦੇ ਨੇ ਇਹ ਰਾਮ-ਰਾਜ ਨਾਲ ਜੁੜੀਆਂ ਗੱਲਾਂ ਨੇ। ਜਦੋਂ ਤੁਸੀਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ ਤਾਂ ਫਿਰ ਲੋਕ ਵੀ ਤੁਹਾਡੇ ਨਾਲ ਜੁੜਨ ਲੱਗਦੇ ਨੇ। ਸਾਥੀਓ, ਦਿੱਲੀ ਦੇ ਕਨਾਟ ਪਲੇਸ ਦੇ ਖਾਦੀ ਸਟੋਰ ਵਿੱਚ ਇਸ ਵਾਰ ਗਾਂਧੀ ਜਯੰਤੀ 'ਤੇ ਇੱਕ ਹੀ ਦਿਨ ਵਿੱਚ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਖਰੀਦਦਾਰੀ ਹੋਈ। ਇਸੇ ਤਰ੍ਹਾਂ ਕੋਰੋਨਾ ਦੇ ਸਮੇਂ ਵਿੱਚ ਖਾਦੀ ਦੇ ਮਾਸਕ ਵੀ ਬਹੁਤ ਪੋਪੂਲਰ ਹੋ ਰਹੇ ਨੇ। ਦੇਸ਼ ਭਰ ਵਿੱਚ ਕਈ ਜਗ੍ਹਾ ਸੈਲਫ ਹੈਲਪ ਗਰੁੱਪਸ ਅਤੇ ਦੂਸਰੀਆਂ ਸੰਸਥਾਵਾਂ ਖਾਦੀ ਦੇ ਮਾਸਕ ਬਣਾ ਰਹੀਆਂ ਨੇ। ਯੂਪੀ ਵਿੱਚ ਬਾਰਾਬੰਕੀ ਵਿੱਚ ਇੱਕ ਮਹਿਲਾ ਹੈ, ਸੁਮਨ ਦੇਵੀ। ਸੁਮਨ ਜੀ ਨੇ ਸੈਲਫ ਹੈਲਪ ਗਰੁੱਪ ਦੀਆਂ ਆਪਣੀਆਂ ਸਾਥੀ ਔਰਤਾਂ ਦੇ ਨਾਲ ਮਿਲ ਕੇ ਖਾਦੀ ਮਾਸਕ ਬਣਾਉਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਨ੍ਹਾਂ ਦੇ ਨਾਲ ਹੋਰ ਔਰਤਾਂ ਵੀ ਜੁੜਦੀਆਂ ਚਲੀਆਂ ਗਈਆਂ। ਹੁਣ ਉਹ ਸਾਰੇ ਮਿਲ ਕੇ ਹਜ਼ਾਰਾਂ ਖਾਦੀ ਮਾਸਕ ਬਣਾ ਰਹੀਆਂ ਨੇ। ਸਾਡੇ ਲੋਕਲ ਪ੍ਰੋਡਕਟਸ ਦੀ ਖੂਬੀ ਹੈ ਕਿ ਉਨ੍ਹਾਂ ਨਾਲ ਅਕਸਰ ਇੱਕ ਪੂਰਾ ਦਰਸ਼ਨ ਜੁੜਿਆ ਹੁੰਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਸਾਨੂੰ ਆਪਣੀਆਂ ਚੀਜ਼ਾਂ ਉੱਤੇ ਫਖਰ ਹੁੰਦਾ ਹੈ ਤੇ ਦੁਨੀਆ ਵਿੱਚ ਵੀ ਉਨ੍ਹਾਂ ਦੇ ਪ੍ਰਤੀ ਜਿਗਿਆਸਾ ਵੱਧਦੀ ਹੈ। ਜਿਵੇਂ ਸਾਡੇ ਅਧਿਆਪਨ ਨੇ, ਯੋਗ ਨੇ, ਆਯੁਰਵੇਦ ਨੇ ਪੂਰੀ ਦੁਨੀਆ ਨੂੰ ਆਕਰਸ਼ਿਤ ਕੀਤਾ ਹੈ। ਸਾਡੇ ਕਈ ਖੇਡ ਵੀ ਦੁਨੀਆ ਨੂੰ ਆਕਰਸ਼ਿਤ ਕਰ ਰਹੇ ਨੇ। ਅੱਜ-ਕੱਲ੍ਹ ਸਾਡਾ ਮਲਖੰਬ ਵੀ ਅਨੇਕਾਂ ਦੇਸ਼ਾਂ ਵਿੱਚ ਪ੍ਰਚਲਿਤ ਹੋ ਗਿਆ ਹੈ। ਅਮਰੀਕਾ ਵਿੱਚ ਚਿਨਮਏ ਪਾਟਣਕਰ ਅਤੇ ਪ੍ਰਗਿਆ ਪਾਟਣਕਰ ਨੇ ਜਦੋਂ ਆਪਣੇ ਘਰ ਵਿੱਚ ਹੀ ਮਲਖੰਬ ਸਿਖਾਉਣਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇਸ ਨੂੰ ਵੀ ਇੰਨੀ ਸਫਲਤਾ ਮਿਲੇਗੀ। ਅਮਰੀਕਾ ਵਿੱਚ ਅੱਜ ਕਈ ਥਾਵਾਂ ਉੱਤੇ ਮਲਖੰਬ ਟ੍ਰੇਨਿੰਗ ਸੈਂਟਰਸ ਚੱਲ ਰਹੇ ਨੇ। ਵੱਡੀ ਗਿਣਤੀ ਵਿੱਚ ਅਮਰੀਕਾ ਦੇ ਨੌਜਵਾਨ ਇਸ ਨਾਲ ਜੁੜ ਰਹੇ ਨੇ, ਮਲਖੰਬ ਸਿੱਖ ਰਹੇ ਨੇ। ਅੱਜ ਜਰਮਨ ਹੋਵੇ, ਪੋਲੈਂਡ ਹੋਵੇ, ਮਲੇਸ਼ੀਆ ਹੋਵੇ, ਅਜਿਹੇ ਲਗਭਗ 20 ਹੋਰ ਦੇਸ਼ਾਂ ਵਿੱਚ ਵੀ ਮਲਖੰਬ ਖੂਬ ਪੋਪੂਲਰ ਹੋ ਗਿਆ ਹੈ। ਹੁਣ ਤਾਂ ਇਸ ਦੀ ਵਰਲਡ ਚੈਂਪੀਅਨਸ਼ਿਪ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਕਈ ਦੇਸ਼ਾਂ ਦੇ ਪ੍ਰਤੀਭਾਗੀ ਹਿੱਸਾ ਲੈਂਦੇ ਨੇ। ਭਾਰਤ ਵਿੱਚ ਤਾਂ ਪ੍ਰਾਚੀਨ ਕਾਲ ਤੋਂ ਅਜਿਹੇ ਕਈ ਖੇਡ ਰਹੇ ਨੇ ਜੋ ਸਾਡੇ ਅੰਦਰ ਇੱਕ ਅਸਾਧਾਰਣ ਵਿਕਾਸ ਕਰਦੇ ਨੇ, ਸਾਡੇ ਮਾਈਂਡ, ਬਾਡੀ ਬੈਲੈਂਸ ਨੂੰ ਇੱਕ ਨਵੇਂ ਆਯਾਮ ਉੱਤੇ ਲੈ ਜਾਂਦੇ ਨੇ। ਲੇਕਿਨ ਸੰਭਵ ਹੈ ਕਿ ਨਵੀਂ ਪੀੜ੍ਹੀ ਦੇ ਸਾਡੇ ਨੌਜਵਾਨ ਸਾਥੀ ਮਲਖੰਬ ਤੋਂ ਓਨਾ ਜਾਣੂ ਨਾ ਹੋਣ। ਤੁਸੀਂ ਇਸ ਨੂੰ ਇੰਟਰਨੈੱਟ ਉੱਤੇ ਜ਼ਰੂਰ ਸਰਚ ਕਰੋ ਅਤੇ ਵੇਖੋ। ਸਾਥੀਓ, ਸਾਡੇ ਦੇਸ਼ ਵਿੱਚ ਕਿੰਨੀਆਂ ਹੀ ਮਾਰਸ਼ਲ ਆਰਟਸ ਨੇ। ਮੈਂ ਚਾਹਾਂਗਾ ਕਿ ਸਾਡੇ ਨੌਜਵਾਨ ਸਾਥੀ ਇਨ੍ਹਾਂ ਬਾਰੇ ਵਿੱਚ ਵੀ ਜਾਣਨ, ਇਨ੍ਹਾਂ ਨੂੰ ਸਿੱਖਣ ਅਤੇ ਸਮੇਂ ਦੇ ਹਿਸਾਬ ਨਾਲ ਇਨੋਵੇਟ ਵੀ ਕਰਨ। ਜਦੋਂ ਜੀਵਨ ਵਿੱਚ ਵੱਡੀਆਂ ਚੁਣੌਤੀਆਂ ਨਹੀਂ ਹੁੰਦੀਆਂ ਤਾਂ ਸ਼ਖਸੀਅਤ ਦਾ ਸਰਵੋਤਮ ਵੀ ਬਾਹਰ ਨਿਕਲ ਕੇ ਨਹੀਂ ਆਉਂਦਾ। ਇਸ ਲਈ ਆਪਣੇ ਆਪ ਨੂੰ ਹਮੇਸ਼ਾ ਚੈਲੰਜ ਕਰਦੇ ਰਹੋ। ਮੇਰੇ ਪਿਆਰੇ ਦੇਸ਼ਵਾਸੀਓ, ਕਿਹਾ ਜਾਂਦਾ ਹੈ, ਲਰਨਿੰਗ ਇਜ਼ ਗਰੋਇੰਗ। ਅੱਜ ਮਨ ਕੀ ਬਾਤ ਵਿੱਚ ਮੈਂ ਤੁਹਾਡੀ ਜਾਣ-ਪਛਾਣ ਇੱਕ ਅਜਿਹੇ ਵਿਅਕਤੀ ਨਾਲ ਕਰਾਵਾਂਗਾ ਜਿਸ ਵਿੱਚ ਇੱਕ ਅਨੋਖਾ ਜਨੂੰਨ ਹੈ,
ਇਹ ਜਨੂੰਨ ਹੈ ਦੂਸਰਿਆਂ ਦੇ ਨਾਲ ਰੀਡਿੰਗ ਅਤੇ ਲਰਨਿੰਗ ਦੀਆਂ ਖੁਸ਼ੀਆਂ ਨੂੰ ਵੰਡਣ ਦਾ। ਇਹ ਨੇ ਪੌਨ ਮਰਿਯੱਪਨ। ਪੌਨ ਮਰਿਯੱਪਨ ਤਮਿਲਨਾਡੂ ਦੇ ਤੁਤੂਕੁੜੀ ਵਿੱਚ ਰਹਿੰਦੇ ਨੇ। ਤੁਤੂਕੁੜੀ ਨੂੰ ਪਰਲ ਸਿਟੀ ਯਾਨੀ ਮੋਤੀਆਂ ਦੇ ਸ਼ਹਿਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਹ ਕਦੇ ਪਾਂਡਿਅਨ ਸਾਮਰਾਜ ਦਾ ਇੱਕ ਮਹੱਤਵਪੂਰਨ ਕੇਂਦਰ ਸੀ। ਇੱਥੇ ਰਹਿਣ ਵਾਲੇ ਮੇਰੇ ਦੋਸਤ ਪੌਨ ਮਰਿਯੱਪਨ ਹੇਅਰ ਕਟਿੰਗ ਦੇ ਪੇਸ਼ੇ ਨਾਲ ਜੁੜੇ ਨੇ ਅਤੇ ਇੱਕ ਸੈਲੂਨ ਚਲਾਉਂਦੇ ਨੇ। ਬਹੁਤ ਛੋਟਾ ਜਿਹਾ ਸੈਲੂਨ ਹੈ। ਉਹਨਾਂ ਨੇ ਇੱਕ ਅਨੋਖਾ ਅਤੇ ਪ੍ਰੇਰਣਾਦਾਇਕ ਕੰਮ ਕੀਤਾ ਹੈ। ਆਪਣੇ ਸੈਲੂਨ ਦੇ ਇੱਕ ਹਿੱਸੇ ਨੂੰ ਹੀ ਪੁਸਤਕਾਲਿਆ ਬਣਾ ਦਿੱਤਾ ਹੈ। ਜੇਕਰ ਵਿਅਕਤੀ ਸੈਲੂਨ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਦੇ ਦੌਰਾਨ ਉੱਥੇ ਕੁਝ ਪੜ੍ਹਦਾ ਹੈ ਅਤੇ ਜੋ ਪੜ੍ਹਿਆ ਹੈ ਉਸ ਦੇ ਬਾਰੇ ਵਿੱਚ ਥੋੜ੍ਹਾ ਲਿਖਦਾ ਹੈ ਅਤੇ ਪੌਨ ਮਰਿਯੱਪਨ ਜੀ ਉਸ ਗ੍ਰਾਹਕ ਨੂੰ ਡਿਸਕਾਊਂਟ ਦਿੰਦੇ ਨੇ। ਹੈ ਨਾ ਮਜ਼ੇਦਾਰ? ਆਓ ਤੁਤੂਕੁੜੀ ਚੱਲਦੇ ਹਾਂ, ਪੌਨ ਮਰਿਯੱਪਨ ਜੀ ਨਾਲ ਗੱਲ ਕਰਦੇ ਹਾਂ। ਪੌਨ ਮਰਿਯੱਪਨ ਜੀ, ਵਣੱਕਮ। ਤੁਸੀਂ ਕਿਵੇਂ ਹੋ? ਮਾਨਨੀ ਪ੍ਰਧਾਨ ਮੰਤਰੀ ਜੀ, ਵਣੱਕਮ, ਨਮਸਕਾਰ। ਵਣੱਕਮ ਵਣੱਕਮ। ਤੁਹਾਨੂੰ ਇਹ ਪੁਸਤਕਾਲਿਆ ਦਾ ਜੋ ਆਈਡੀਆ ਹੈ ਇਹ ਕਿਵੇਂ ਆਇਆ? ਮੈਂ 8ਵੀਂ ਜਮਾਤ ਤੱਕ ਪੜ੍ਹਿਆ ਹਾਂ। ਉਸ ਤੋਂ ਬਾਅਦ ਮੇਰੀਆਂ ਪਰਿਵਾਰਕ ਪਰਿਸਥਿਤੀਆਂ ਦੇ ਕਾਰਨ ਮੈਂ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਨਾ ਰੱਖ ਸਕਿਆ। ਜਦੋਂ ਮੈਂ ਪੜ੍ਹੇ ਲਿਖੇ ਆਦਮੀਆਂ ਨੂੰ ਮਿਲਦਾ ਹਾਂ ਤਾਂ ਮੇਰੇ ਮਨ ਵਿੱਚ ਇੱਕ ਕਮੀ ਮਹਿਸੂਸ ਹੋ ਰਹੀ ਸੀ। ਇਸ ਲਈ ਮੇਰੇ ਮਨ ਵਿੱਚ ਇਹ ਆਇਆ ਕਿ ਅਸੀਂ ਕਿਉਂ ਨਾ ਇੱਕ ਪੁਸਤਕਾਲਿਆ ਸਥਾਪਿਤ ਕਰੀਏ ਅਤੇ ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਇਹ ਲਾਭ ਹੋਏਗਾ। ਇਹੀ ਮੇਰੇ ਲਈ ਇੱਕ ਪ੍ਰੇਰਣਾ ਬਣੇ। ਤੁਹਾਨੂੰ ਕਿਹੜੀ ਪੁਸਤਕ ਬਹੁਤ ਪਸੰਦ ਹੈ? ਮੈਨੂੰ ਥਿਰੂਕੁਰਲ ਬਹੁਤ ਪਸੰਦ ਹੈ। ਤੁਹਾਡੇ ਨਾਲ ਗੱਲ ਕਰਨ ਵਿੱਚ ਮੈਨੂੰ ਬਹੁਤ ਪ੍ਰਸੰਨਤਾ ਹੋਈ। ਤੁਹਾਨੂੰ ਬਹੁਤ ਸ਼ੁਭਕਾਮਨਾਵਾਂ। ਮੈਂ ਵੀ ਮਾਣਯੋਗ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਦੇ ਹੋਏ ਅਤੀ ਪ੍ਰਸੰਨਤਾ ਮਹਿਸੂਸ ਕਰ ਰਿਹਾ ਹਾਂ। ਅਨੇਕ ਸ਼ੁਭਕਾਮਨਾਵਾਂ। ਧੰਨਵਾਦ ਪ੍ਰਧਾਨ ਮੰਤਰੀ ਜੀ। ਥੈਂਕ ਯੂ। ਅਸੀਂ ਹੁਣੇ ਪੌਨ ਮਰਿਯੱਪਨ ਜੀ ਨਾਲ ਗੱਲ ਕੀਤੀ। ਵੇਖੋ ਕਿਵੇਂ ਉਹ ਲੋਕਾਂ ਦੇ ਵਾਲਾਂ ਨੂੰ ਤਾਂ ਸੰਵਾਰਦੇ ਹੀ ਨੇ, ਉਹਨਾਂ ਨੂੰ ਆਪਣਾ ਜੀਵਨ ਸੰਵਾਰਨ ਦਾ ਮੌਕਾ ਵੀ ਦਿੰਦੇ ਨੇ। ਥਿਰੂਕੁਰਲ ਦੇ ਹਰਮਨ ਪਿਆਰੇ ਹੋਣ ਦੇ ਬਾਰੇ ਸੁਣ ਕੇ ਬਹੁਤ ਚੰਗਾ ਲੱਗਾ। ਥਿਰੂਕੁਰਲ ਦੀ ਹਰਮਨ ਪਿਆਰਤਾ ਦੇ ਬਾਰੇ ਤੁਸੀਂ ਸਾਰਿਆਂ ਨੇ ਵੀ ਸੁਣਿਆ। ਅੱਜ ਹਿੰਦੁਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਥਿਰੂਕੁਰਲ ਉਪਲਬਧ ਹੈ। ਜੇਕਰ ਮੌਕਾ ਮਿਲੇ ਤਾਂ ਇਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਜੀਵਨ ਦੇ ਲਈ ਇੱਕ ਤਰ੍ਹਾਂ ਨਾਲ ਮਾਰਗਦਰਸ਼ਕ ਹੈ। ਸਾਥੀਓ, ਲੇਕਿਨ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਪੂਰੇ ਭਾਰਤ ਵਿੱਚ ਅਨੇਕਾਂ ਲੋਕ ਨੇ ਜਿਨ੍ਹਾਂ ਨੂੰ ਗਿਆਨ ਦੇ ਪ੍ਰਸਾਰ ਨਾਲ ਅਪਾਰ ਖੁਸ਼ੀ ਮਿਲਦੀ ਹੈ। ਇਹ ਉਹ ਲੋਕ ਨੇ ਜੋ ਹਮੇਸ਼ਾ ਇਸ ਗੱਲ ਦੇ ਲਈ ਤਿਆਰ ਰਹਿੰਦੇ ਨੇ ਕਿ ਹਰ ਕੋਈ ਪੜ੍ਹਨ ਦੇ ਲਈ ਪ੍ਰੇਰਿਤ ਹੋਵੇ। ਮੱਧ ਪ੍ਰਦੇਸ਼ ਦੇ ਸਿੰਗਰੌਲੀ ਦੀ ਅਧਿਆਪਿਕਾ ਊਸ਼ਾ ਦੂਬੇ ਜੀ ਨੇ ਤਾਂ ਆਪਣੀ ਸਕੂਟੀ ਨੂੰ ਵੀ ਮੋਬਾਈਲ ਲਾਇਬ੍ਰੇਰੀ ਵਿੱਚ ਬਦਲ ਦਿੱਤਾ ਹੈ। ਉਹ ਹਰ ਰੋਜ਼ ਆਪਣੇ ਚਲਦੇ ਫਿਰਦੇ ਪੁਸਤਕਾਲਿਆ ਦੇ ਨਾਲ ਕਿਸੇ ਨਾ ਕਿਸੇ ਪਿੰਡ ਵਿੱਚ ਪਹੁੰਚ ਜਾਂਦੀ ਹੈ ਅਤੇ ਬੱਚਿਆਂ ਨੂੰ ਪੜ੍ਹਾਉਂਦੀ ਹੈ। ਬੱਚੇ ਉਹਨਾਂ ਨੂੰ ਪਿਆਰ ਨਾਲ ਕਿਤਾਬਾਂ ਵਾਲੀ ਦੀਦੀ ਕਹਿ ਕੇ ਬੁਲਾਉਂਦੇ ਨੇ। ਇਸ ਸਾਲ ਅਗਸਤ ਵਿੱਚ ਅਰੁਣਾਚਲ ਪ੍ਰਦੇਸ਼ ਦੇ ਨਿਰਜੂਲੀ ਦੇ ਰਾਇਓ ਪਿੰਡ ਵਿੱਚ ਇੱਕ ਸੈਲਫ ਹੈਲਪ ਲਾਇਬ੍ਰੇਰੀ ਬਣਾਈ ਗਈ ਹੈ। ਦਰਅਸਲ ਉੱਥੋਂ ਦੀ ਮੀਨਾ ਗੁਰੰਗ ਅਤੇ ਦਿਵਾਂਗ ਹੋਸਾਈ ਨੂੰ ਜਦੋਂ ਪਤਾ ਲੱਗਾ ਕਿ ਕਸਬੇ ਵਿੱਚ ਕੋਈ ਲਾਇਬ੍ਰੇਰੀ ਨਹੀਂ ਹੈ ਅਤੇ ਉਹਨਾਂ ਨੇ ਇਸ ਦੀ ਫੰਡਿੰਗ ਦੇ ਲਈ ਹੱਥ ਵਧਾਇਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਲਾਇਬ੍ਰੇਰੀ ਦੇ ਲਈ ਕੋਈ ਮੈਂਬਰਸ਼ਿਪ ਹੀ ਨਹੀਂ ਹੈ। ਕੋਈ ਵੀ ਵਿਅਕਤੀ 2 ਹਫ਼ਤਿਆਂ ਦੇ ਲਈ ਕਿਤਾਬ ਲਿਜਾ ਸਕਦਾ ਹੈ। ਪੜ੍ਹਨ ਤੋਂ ਬਾਅਦ ਉਸ ਨੂੰ ਵਾਪਸ ਕਰਨਾ ਹੁੰਦਾ ਹੈ। ਇਹ ਲਾਇਬ੍ਰੇਰੀ 7 ਦਿਨ 24 ਘੰਟੇ ਖੁੱਲ੍ਹੀ ਰਹਿੰਦੀ ਹੈ। ਆਂਢ-ਗੁਆਂਢ ਦੇ ਮਾਪੇ ਇਹ ਵੇਖ ਕੇ ਕਾਫੀ ਖੁਸ਼ ਨੇ ਕਿ ਉਹਨਾਂ ਦੇ ਬੱਚੇ ਕਿਤਾਬ ਪੜ੍ਹਨ ਵਿੱਚ ਜੁਟੇ ਹੋਏ ਨੇ। ਖਾਸ ਕਰਕੇ ਉਸ ਸਮੇਂ ਜਦੋਂ ਸਕੂਲਾਂ ਨੇ ਵੀ ਆਨਲਾਈਨ ਕਲਾਸਿਸ ਸ਼ੁਰੂ ਕਰ ਦਿੱਤੀਆਂ ਨੇ। ਉੱਥੇ ਹੀ ਇੱਕ ਚੰਡੀਗੜ੍ਹ ਵਿੱਚ NGO ਚਲਾਉਣ ਵਾਲੇ ਸੰਦੀਪ ਕੁਮਾਰ ਜੀ ਨੇ ਇੱਕ ਮਿੰਨੀ ਵੈਨ ਵਿੱਚ ਮੋਬਾਈਲ ਲਾਇਬ੍ਰੇਰੀ ਬਣਾਈ ਹੈ। ਇਸੇ ਮਾਧਿਅਮ ਨਾਲ ਗਰੀਬ ਬੱਚਿਆਂ ਨੂੰ ਪੜ੍ਹਨ ਦੇ ਲਈ ਮੁਫਤ ਵਿੱਚ ਬੁੱਕਸ ਦਿੱਤੀਆਂ ਜਾਂਦੀਆਂ ਨੇ। ਇਸ ਦੇ ਨਾਲ ਹੀ ਗੁਜਰਾਤ ਦੇ ਭਾਵਨਗਰ ਦੀਆਂ 2 ਸੰਸਥਾਵਾਂ ਦੇ ਬਾਰੇ ਮੈਂ ਜਾਣਦਾ ਜੋ ਬਿਹਤਰੀਨ ਕੰਮ ਕਰ ਰਹੀਆਂ ਨੇ। ਉਹਨਾਂ ਵਿੱਚੋਂ ਇੱਕ ਹੈ ਵਿਕਾਸ ਵਰਤੁਲ ਟਰੱਸਟ। ਇਹ ਸੰਸਥਾ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਬਹੁਤ ਮਦਦਗਾਰ ਹੈ। ਇਹ ਟਰੱਸਟ 1975 ਤੋਂ ਕੰਮ ਕਰ ਰਿਹਾ ਹੈ ਅਤੇ ਇਹ 5000 ਪੁਸਤਕਾਂ ਦੇ ਨਾਲ 140 ਤੋਂ ਜ਼ਿਆਦਾ ਮੈਗਜ਼ੀਨ ਉਪਲਬਧ ਕਰਾਉਂਦਾ ਹੈ। ਅਜਿਹੀ ਇੱਕ ਸੰਸਥਾ ਪੁਸਤਕ ਪਰਵ ਹੈ। ਇਹ ਇਨੋਵੇਟਿਵ ਪ੍ਰੋਜੈਕਟ ਹੈ ਜੋ ਸਾਹਿਤਕ ਪੁਸਤਕਾਂ ਦੇ ਨਾਲ ਹੀ ਦੂਸਰੀਆਂ ਕਿਤਾਬਾਂ ਮੁਫਤ ਉਪਲਬਧ ਕਰਾਉਂਦੇ ਨੇ।
ਇਸ ਲਾਇਬ੍ਰੇਰੀ ਵਿੱਚ ਅਧਿਆਤਮਿਕ, ਆਯੁਰਵੈਦਿਕ, ਉਪਚਾਰ ਅਤੇ ਕਈ ਹੋਰ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਵੀ ਸ਼ਾਮਿਲ ਨੇ। ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਹੋਰ ਯਤਨਾਂ ਦੇ ਬਾਰੇ ਕੁਝ ਪਤਾ ਹੈ ਤਾਂ ਮੇਰਾ ਅਨੁਰੋਧ ਹੈ ਕਿ ਤੁਸੀਂ ਉਸ ਨੂੰ ਸੋਸ਼ਲ ਮੀਡੀਆ ਉੱਤੇ ਜ਼ਰੂਰ ਸਾਂਝਾ ਕਰੋ। ਇਹ ਉਦਾਹਰਣ ਪੁਸਤਕ ਪੜ੍ਹਨ ਜਾਂ ਪੁਸਤਕਾਲय ਖੋਲ੍ਹਣ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਹ ਉਸ ਨਵੇਂ ਭਾਰਤ ਦੀ ਭਾਵਨਾ ਦਾ ਵੀ ਪ੍ਰਤੀਕ ਹੈ ਜਿਸ ਵਿੱਚ ਸਮਾਜ ਦੇ ਵਿਕਾਸ ਦੇ ਲਈ ਹਰ ਖੇਤਰ ਅਤੇ ਹਰ ਤਬਕੇ ਦੇ ਲੋਕ ਨਵੇਂ-ਨਵੇਂ ਅਤੇ ਇਨੋਵੇਟਿਵ ਤਰੀਕੇ ਅਪਣਾ ਰਹੇ ਨੇ। ਗੀਤਾ ਵਿੱਚ ਕਿਹਾ ਗਿਆ ਹੈ, ਨਾਹੀ ਗਿਆਨੇਨ ਸਦਸ਼ਮ ਪਵਿੱਤਰ ਮਹਿ ਵਿਦਯਤੇ, ਅਰਥਾਤ ਗਿਆਨ ਦੇ ਸਮਾਨ ਸੰਸਾਰ ਵਿੱਚ ਕੁਝ ਵੀ ਪਵਿੱਤਰ ਨਹੀਂ ਹੈ। ਮੈਂ ਗਿਆਨ ਦਾ ਪ੍ਰਸਾਰ ਕਰਨ ਵਾਲੇ ਅਜਿਹੇ ਨੇਕ ਕੋਸ਼ਿਸ਼ ਕਰਨ ਵਾਲੇ ਸਾਰੇ ਮਹਾਂਪੁਰਖਾਂ ਦਾ ਦਿਲ ਤੋਂ ਅਭਿਨੰਦਨ ਕਰਦਾ ਹਾਂ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਹੀ ਦਿਨਾਂ ਬਾਅਦ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜਨਮ ਜਯੰਤੀ 31 ਅਕਤੂਬਰ ਨੂੰ ਅਸੀਂ ਸਾਰੇ ਰਾਸ਼ਟਰੀ ਏਕਤਾ ਦਿਵਸ ਦੇ ਤੌਰ ਤੇ ਮਨਾਵਾਂਗੇ। ਮਨ ਕੀ ਬਾਤ ਵਿੱਚ ਪਹਿਲਾਂ ਵੀ ਅਸੀਂ ਸਰਦਾਰ ਵੱਲਭ ਬਾਰੇ ਵਿਸਥਾਰ ਨਾਲ ਗੱਲ ਕੀਤੀ ਹੈ। ਅਸੀਂ ਉਹਨਾਂ ਦੀ ਮਹਾਨ ਸ਼ਖਸੀਅਤ ਦੇ ਕਈ ਪਹਿਲੂਆਂ ਤੇ ਚਰਚਾ ਕੀਤੀ ਹੈ। ਬਹੁਤ ਘੱਟ ਲੋਕ ਮਿਲਣਗੇ ਜਿਨ੍ਹਾਂ ਦੀ ਸ਼ਖਸੀਅਤ ਵਿੱਚ ਇਕੱਠੇ ਕਈ ਸਾਰੇ ਤੱਤ ਮੌਜੂਦ ਨੇ। ਵਿਚਾਰਕ ਗਹਿਰਾਈ, ਨੈਤਿਕ ਹੌਸਲਾ, ਰਾਜਨੀਤਿਕ ਵਿਲੱਖਣਤਾ, ਖੇਤੀ ਖੇਤਰ ਦਾ ਗਹਿਰਾ ਗਿਆਨ ਅਤੇ ਰਾਸ਼ਟਰੀ ਏਕਤਾ ਦੇ ਪ੍ਰਤੀ ਸਮਰਪਣ ਭਾਵ। ਕੀ ਤੁਸੀਂ ਸਰਦਾਰ ਪਟੇਲ ਦੇ ਬਾਰੇ ਇੱਕ ਗੱਲ ਜਾਣਦੇ ਹੋ ਜੋ ਉਹਨਾਂ ਦੇ ਸੈਂਸ ਆਫ ਹਿਊਮਰ ਨੂੰ ਦਰਸਾਉਂਦੀ ਹੈ? ਜ਼ਰਾ ਉਸ ਲੌਹ ਪੁਰਸ਼ ਦੀ ਛਵੀ ਦੀ ਕਲਪਨਾ ਕਰੋ ਜੋ ਰਾਜੇ ਰਜਵਾੜਿਆਂ ਨਾਲ ਗੱਲ ਕਰ ਰਹੇ ਸਨ, ਪੂਜਨੀਕ ਬਾਪੂ ਦੇ ਜਨ ਅੰਦੋਲਨ ਦਾ ਪ੍ਰਬੰਧ ਕਰ ਰਹੇ ਸਨ, ਨਾਲ ਹੀ ਅੰਗਰੇਜ਼ਾਂ ਨਾਲ ਲੜਾਈ ਵੀ ਲੜ ਰਹੇ ਸਨ ਅਤੇ ਇਨ੍ਹਾਂ ਸਭ ਦੇ ਵਿਚਕਾਰ ਵੀ ਉਨ੍ਹਾਂ ਦਾ ਸੈਂਸ ਆਫ ਹਿਊਮਰ ਪੂਰੇ ਰੰਗ ਵਿੱਚ ਹੁੰਦਾ ਸੀ। ਬਾਪੂ ਨੇ ਸਰਦਾਰ ਪਟੇਲ ਦੇ ਬਾਰੇ ਕਿਹਾ ਸੀ, ਉਨ੍ਹਾਂ ਦੀਆਂ ਹਾਸਪੂਰਨ ਗੱਲਾਂ ਮੈਨੂੰ ਇੰਨਾ ਹਸਾਉਂਦੀਆਂ ਸਨ ਕਿ ਹੱਸਦਿਆਂ-ਹੱਸਦਿਆਂ ਪੇਟ ਵਿੱਚ ਵਲ ਪੈ ਜਾਂਦੇ ਸਨ। ਅਜਿਹਾ ਦਿਨ ਵਿੱਚ ਇੱਕ ਵਾਰ ਨਹੀਂ, ਕਈ ਵਾਰ ਹੁੰਦਾ ਸੀ। ਇਸ ਵਿੱਚ ਸਾਡੇ ਲਈ ਵੀ ਸਬਕ ਹੈ। ਪਰਿਸਥਿਤੀਆਂ ਕਿੰਨੀਆਂ ਵੀ ਮੁਸ਼ਕਿਲ ਕਿਉਂ ਨਾ ਹੋਣ, ਆਪਣੇ ਸੈਂਸ ਆਫ ਹਿਊਮਰ ਨੂੰ ਜਿਉਂਦਾ ਰੱਖੋ। ਇਹ ਸਾਨੂੰ ਸਹਿਜ ਤਾਂ ਰੱਖੇਗਾ ਹੀ, ਅਸੀਂ ਆਪਣੀ ਸਮੱਸਿਆ ਨੂੰ ਵੀ ਹੱਲ ਕਰ ਸਕਾਂਗੇ। ਸਰਦਾਰ ਸਾਹਿਬ ਨੇ ਇਹੀ ਤਾਂ ਕੀਤਾ ਸੀ। ਮੇਰੇ ਪਿਆਰੇ ਦੇਸ਼ਵਾਸੀਓ, ਸਰਦਾਰ ਪਟੇਲ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਇਕਜੁੱਟਤਾ ਦੇ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਭਾਰਤੀ ਜਨਮਾਨਸ ਨੂੰ ਸੁਤੰਤਰਤਾ ਅੰਦੋਲਨ ਨਾਲ ਜੋੜਿਆ। ਉਨ੍ਹਾਂ ਨੇ ਆਜ਼ਾਦੀ ਦੇ ਨਾਲ ਕਿਸਾਨਾਂ ਦੇ ਮੁੱਦਿਆਂ ਨੂੰ ਜੋੜਨ ਦਾ ਕੰਮ ਕੀਤਾ। ਉਨ੍ਹਾਂ ਨੇ ਰਾਜੇ ਰਜਵਾੜਿਆਂ ਨੂੰ ਸਾਡੇ ਰਾਸ਼ਟਰ ਦੇ ਨਾਲ ਇੱਕ ਕਰਨ ਦਾ ਕੰਮ ਕੀਤਾ। ਉਹ ਵਿਭਿੰਨਤਾ ਵਿੱਚ ਏਕਤਾ ਦੇ ਮੰਤਰ ਨੂੰ ਹਰ ਭਾਰਤੀ ਦੇ ਮਨ ਵਿੱਚ ਜਗਾ ਰਹੇ ਸਨ। ਸਾਥੀਓ, ਅੱਜ ਅਸੀਂ ਆਪਣੀ ਬਾਣੀ, ਆਪਣੇ ਵਿਵਹਾਰ, ਆਪਣੇ ਕਰਮ ਨਾਲ ਹਰ ਪਲ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਅੱਗੇ ਵਧਾਉਣਾ ਹੈ ਜੋ ਸਾਨੂੰ ਇੱਕ ਕਰਕੇ, ਜੋ ਦੇਸ਼ ਦੇ ਇੱਕ ਹਿੱਸੇ ਵਿੱਚ ਰਹਿਣ ਵਾਲੇ ਨਾਗਰਿਕ ਦੇ ਮਨ ਵਿੱਚ ਦੂਸਰੇ ਕੋਨੇ ਵਿੱਚ ਰਹਿਣ ਵਾਲੇ ਨਾਗਰਿਕ ਦੇ ਲਈ ਸਹਿਜਤਾ ਅਤੇ ਆਪਣੇਪਨ ਦਾ ਭਾਵ ਪੈਦਾ ਕਰ ਸਕੇ। ਸਾਡੇ ਪੁਰਖਿਆਂ ਨੇ ਸਦੀਆਂ ਤੋਂ ਇਹ ਯਤਨ ਲਗਨ ਨਾਲ ਕੀਤੇ ਨੇ। ਹੁਣ ਵੇਖੋ, ਕੇਰਲ ਵਿੱਚ ਜਨਮੇ ਪੂਜਨੀਕ ਆਦਿ ਸ਼ੰਕਰਾਚਾਰਿਆ ਜੀ ਨੇ ਭਾਰਤ ਦੀਆਂ 4 ਦਿਸ਼ਾਵਾਂ ਵਿੱਚ 4 ਮਹੱਤਵਪੂਰਨ ਮੱਠਾਂ ਦੀ ਸਥਾਪਨਾ ਕੀਤੀ। ਉੱਤਰ ਵਿੱਚ ਬਦਰੀ ਆਸ਼ਰਮ, ਪੂਰਬ ਵਿੱਚ ਪੁਰੀ, ਦੱਖਣ ਵਿੱਚ ਸ਼੍ਰਿੰਗੇਰੀ ਅਤੇ ਪੱਛਮ ਵਿੱਚ ਦੁਆਰਕਾ। ਉਨ੍ਹਾਂ ਨੇ ਸ਼੍ਰੀਨਗਰ ਦੀ ਯਾਤਰਾ ਵੀ ਕੀਤੀ। ਇਹੀ ਕਾਰਨ ਹੈ ਕਿ ਉੱਥੇ ਇੱਕ ਸ਼ੰਕਰਾਚਾਰਿਆ ਹਿੱਲ ਹੈ। ਤੀਰਥ ਭ੍ਰਮਣ ਆਪਣੇ ਆਪ ਵਿੱਚ ਭਾਰਤ ਨੂੰ ਇੱਕ ਸੂਤਰ ਵਿੱਚ ਪਿਰੋਂਦਾ ਹੈ। ਜਿਓਤਿਰਲਿੰਗਾਂ ਅਤੇ ਸ਼ਕਤੀਪੀਠਾਂ ਦੀ ਲੜੀ ਭਾਰਤ ਨੂੰ ਇੱਕ ਸੂਤਰ ਵਿੱਚ ਬੰਨ੍ਹਦੀ ਹੈ। ਤ੍ਰਿਪੁਰਾ ਤੋਂ ਲੈ ਕੇ ਗੁਜਰਾਤ ਤੱਕ, ਜੰਮੂ ਕਸ਼ਮੀਰ ਤੋਂ ਲੈ ਕੇ ਤਮਿਲਨਾਡੂ ਤੱਕ ਸਥਾਪਿਤ ਸਾਡੇ ਸ਼ਰਧਾ ਦੇ ਕੇਂਦਰ ਸਾਨੂੰ ਇੱਕ ਕਰਦੇ ਨੇ। ਭਗਤੀ ਅੰਦੋਲਨ ਪੂਰੇ ਭਾਰਤ ਵਿੱਚ ਇੱਕ ਵੱਡਾ ਜਨ ਅੰਦੋਲਨ ਬਣ ਗਿਆ ਜਿਸ ਨੇ ਸਾਨੂੰ ਭਗਤੀ ਦੇ ਮਾਧਿਅਮ ਨਾਲ ਇਕਜੁੱਟ ਕੀਤਾ। ਸਾਡੇ ਰੋਜ਼ਾਨਾ ਜੀਵਨ ਵਿੱਚ ਵੀ ਇਹ ਗੱਲਾਂ ਕਿਵੇਂ ਘੁਲ ਗਈਆਂ ਨੇ ਜਿਸ ਵਿੱਚ ਏਕਤਾ ਦੀ ਤਾਕਤ ਹੈ। ਹਰ ਇੱਕ ਧਾਰਮਿਕ ਕਾਰਜ ਤੋਂ ਪਹਿਲਾਂ ਵਿਭਿੰਨ ਨਦੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਵਿੱਚ ਦੂਰ ਉੱਤਰ ਵਿੱਚ ਸਥਿਤ ਸਿੰਧੂ ਨਦੀ ਤੋਂ ਲੈ ਕੇ ਦੱਖਣ ਭਾਰਤ ਦੀ ਜੀਵਨਦਾਇਨੀ ਕਾਵੇਰੀ ਨਦੀ ਤੱਕ ਸ਼ਾਮਿਲ ਹੈ।
ਅਕਸਰ ਸਾਡੇ ਇੱਥੇ ਲੋਕ ਕਹਿੰਦੇ ਨੇ, ਇਸ਼ਨਾਨ ਕਰਦੇ ਸਮੇਂ ਪਵਿੱਤਰ ਭਾਵ ਨਾਲ ਏਕਤਾ ਦਾ ਮੰਤਰ ਵੀ ਬੋਲਦੇ ਨੇ। ਗੰਗੇ ਚ ਯਮੁਨੇ ਚੈਵ ਗੋਦਾਵਰੀ ਸਰਸਵਤੀ ਨਰਮਦੇ ਸਿੰਧੂ ਕਾਵੇਰੀ ਜਲੇਸਿਮਨ ਸਨਿਧਮ ਕੁਰੂ। ਇਸੇ ਤਰ੍ਹਾਂ ਸਿੱਖਾਂ ਦੇ ਪਵਿੱਤਰ ਸਥਾਨਾਂ ਵਿੱਚ ਨਾਂਦੇੜ ਸਾਹਿਬ ਅਤੇ ਪਟਨਾ ਸਾਹਿਬ ਗੁਰਦੁਆਰੇ ਸ਼ਾਮਿਲ ਨੇ। ਸਾਡੇ ਸਿੱਖ ਗੁਰੂਆਂ ਨੇ ਵੀ ਆਪਣੇ ਜੀਵਨ ਅਤੇ ਸਦਕਾਰਜਾਂ ਦੇ ਮਾਧਿਅਮ ਨਾਲ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ। ਪਿਛਲੀ ਸਦੀ ਵਿੱਚ ਸਾਡੇ ਦੇਸ਼ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਦਕਰ ਵਰਗੀਆਂ ਮਹਾਨ ਸ਼ਖਸੀਅਤਾਂ ਰਹੀਆਂ ਨੇ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸੰਵਿਧਾਨ ਦੇ ਮਾਧਿਅਮ ਨਾਲ ਇਕਜੁੱਟ ਕੀਤਾ। ਸਾਥੀਓ, ਯੂਨਿਟੀ ਇਜ਼ ਪਾਵਰ, ਯੂਨਿਟੀ ਇਜ਼ ਸਟਰੈਂਥ, ਯੂਨਿਟੀ ਇਜ਼ ਪ੍ਰੋਗਰੈਸ, ਯੂਨਿਟੀ ਇਜ਼ ਐਮਪਾਵਰਮੈਂਟ, ਯੂਨਾਈਟਿਡ ਵੀ ਵਿਲ ਸਕੇਲ ਨਿਊ ਹਾਈਟਸ। ਵੈਸੇ ਅਜਿਹੀਆਂ ਤਾਕਤਾਂ ਵੀ ਮੌਜੂਦ ਰਹੀਆਂ ਨੇ ਜੋ ਨਿਰੰਤਰ ਸਾਡੇ ਮਨ ਵਿੱਚ ਸ਼ੱਕ ਦਾ ਬੀਜ ਬੀਜਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਨੇ। ਦੇਸ਼ ਨੇ ਵੀ ਹਰ ਵਾਰ ਇਨ੍ਹਾਂ ਬਦ-ਇਰਾਦਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਅਸੀਂ ਨਿਰੰਤਰ ਆਪਣੀ ਕ੍ਰੀਏਟੀਵਿਟੀ ਨਾਲ, ਪ੍ਰੇਮ ਨਾਲ ਹਰ ਪਲ ਯਤਨਪੂਰਵਕ ਆਪਣੇ ਛੋਟੇ ਤੋਂ ਛੋਟੇ ਕੰਮਾਂ ਵਿੱਚ ਇੱਕ ਭਾਰਤ ਸ਼੍ਰੇਸ਼ਠ ਭਾਰਤ ਦੇ ਖੂਬਸੂਰਤ ਰੰਗਾਂ ਨੂੰ ਸਾਹਮਣੇ ਲਿਆਉਣਾ ਹੈ। ਏਕਤਾ ਦੇ ਨਵੇਂ ਰੰਗ ਭਰਨੇ ਨੇ ਅਤੇ ਹਰ ਨਾਗਰਿਕ ਨੇ ਭਰਨੇ ਨੇ। ਇਸ ਸੰਦਰਭ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵੈੱਬਸਾਈਟ ਵੇਖਣ ਦਾ ਅਨੁਰੋਧ ਕਰਦਾ, ekbharat.gov.in। ਇਸ ਵਿੱਚ ਨੈਸ਼ਨਲ ਇੰਟੈਗ੍ਰੇਸ਼ਨ ਦੀ ਸਾਡੀ ਮੁਹਿੰਮ ਨੂੰ ਅੱਗੇ ਵਧਾਉਣ ਦੇ ਕਈ ਯਤਨ ਦਿਖਾਈ ਦੇਣਗੇ। ਇਸ ਦਾ ਇੱਕ ਦਿਲਚਸਪ ਕਾਰਨਰ ਹੈ, ਅੱਜ ਦਾ ਵਾਕ। ਇਸ ਸੈਕਸ਼ਨ ਵਿੱਚ ਅਸੀਂ ਹਰ ਰੋਜ਼ ਇੱਕ ਵਾਕ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਕਿਵੇਂ ਬੋਲਦੇ ਹਾਂ, ਇਹ ਸਿੱਖ ਸਕਦੇ ਹਾਂ। ਤੁਸੀਂ ਇਸ ਵੈੱਬਸਾਈਟ ਦੇ ਲਈ ਵੀ ਕੰਟਰੀਬਿਊਟ ਵੀ ਕਰੋ। ਜਿਵੇਂ ਹਰ ਰਾਜ ਅਤੇ ਸੰਸਕ੍ਰਿਤੀ ਵਿੱਚ ਵੱਖ-ਵੱਖ ਖਾਣ-ਪਾਣ ਹੁੰਦਾ ਹੈ। ਇਹ ਪਕਵਾਨ ਸਥਾਨਕ ਪੱਧਰ ਦੇ ਖਾਸ ਇਨਗਰੀਡੀਐਂਟਸ ਯਾਨੀ ਅਨਾਜ ਅਤੇ ਮਸਾਲਿਆਂ ਨਾਲ ਬਣਾਏ ਜਾਂਦੇ ਨੇ। ਕੀ ਅਸੀਂ ਇਨ੍ਹਾਂ ਲੋਕਲ ਫੂਡ ਦੀ ਰੈਸਿਪੀ ਨੂੰ ਲੋਕਲ ਇਨਗਰੀਡੀਐਂਟਸ ਦੇ ਨਾਵਾਂ ਨਾਲ ਇੱਕ ਭਾਰਤ ਸ਼੍ਰੇਸ਼ਠ ਭਾਰਤ ਵੈੱਬਸਾਈਟ ਉੱਤੇ ਸ਼ੇਅਰ ਕਰ ਸਕਦੇ ਹਾਂ? ਯੂਨਿਟੀ ਅਤੇ ਇਮਿਊਨਿਟੀ ਨੂੰ ਵਧਾਉਣ ਦੇ ਲਈ ਇਸ ਤੋਂ ਬਿਹਤਰ ਤਰੀਕਾ ਹੋਰ ਕੀ ਹੋ ਸਕਦਾ ਹੈ? ਸਾਥੀਓ, ਇਸ ਮਹੀਨੇ ਦੀ 31 ਤਾਰੀਖ ਨੂੰ ਮੈਨੂੰ ਕੇਵੜੀਆ ਵਿੱਚ ਇਤਿਹਾਸਿਕ ਸਟੈਚੂ ਆਫ ਯੂਨਿਟੀ ਉੱਤੇ ਹੋ ਰਹੇ ਕਈ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ। ਤੁਸੀਂ ਲੋਕ ਵੀ ਜ਼ਰੂਰ ਜੁੜਨਾ। ਮੇਰੇ ਪਿਆਰੇ ਦੇਸ਼ਵਾਸੀਓ, 31 ਅਕਤੂਬਰ ਨੂੰ ਅਸੀਂ ਵਾਲਮੀਕੀ ਜਯੰਤੀ ਵੀ ਮਨਾਵਾਂਗੇ। ਮੈਂ ਮਹਾਰਿਸ਼ੀ ਵਾਲਮੀਕੀ ਨੂੰ ਨਮਨ ਕਰਦਾ ਅਤੇ ਇਸ ਖਾਸ ਮੌਕੇ ਦੇ ਲਈ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ। ਮਹਾਰਿਸ਼ੀ ਵਾਲਮੀਕੀ ਦੇ ਮਹਾਨ ਵਿਚਾਰ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ, ਸ਼ਕਤੀ ਪ੍ਰਦਾਨ ਕਰਦੇ ਨੇ। ਇਹ ਲੱਖਾਂ ਕਰੋੜਾਂ ਗਰੀਬਾਂ ਅਤੇ ਦਲਿਤਾਂ ਦੇ ਲਈ ਬਹੁਤ ਵੱਡੀ ਉਮੀਦ ਹੈ। ਉਨ੍ਹਾਂ ਦੇ ਅੰਦਰ ਆਸ਼ਾ ਅਤੇ ਵਿਸ਼ਵਾਸ ਦਾ ਸੰਚਾਰ ਕਰਦੇ ਨੇ। ਉਹ ਕਹਿੰਦੇ ਨੇ, ਕਿਸੇ ਵੀ ਮਨੁੱਖ ਦੀ ਇੱਛਾ ਸ਼ਕਤੀ ਜੇਕਰ ਉਸ ਦੇ ਨਾਲ ਹੋਵੇ ਤਾਂ ਉਹ ਕੋਈ ਵੀ ਕੰਮ ਬੜੀ ਆਸਾਨੀ ਨਾਲ ਕਰ ਸਕਦਾ ਹੈ। ਇਹ ਇੱਛਾ ਸ਼ਕਤੀ ਹੀ ਹੈ ਜੋ ਕਈ ਨੌਜਵਾਨਾਂ ਨੂੰ ਅਸਾਧਾਰਣ ਕੰਮ ਕਰਨ ਲਈ ਤਾਕਤ ਦਿੰਦੀ ਹੈ। ਮਹਾਰਿਸ਼ੀ ਵਾਲਮੀਕੀ ਨੇ ਸਕਾਰਾਤਮਕ ਸੋਚ ਉੱਤੇ ਬਲ ਦਿੱਤਾ। ਉਨ੍ਹਾਂ ਦੇ ਲਈ ਸੇਵਾ ਅਤੇ ਮਨੁੱਖੀ ਗੌਰਵ ਦਾ ਸਥਾਨ ਸਰਵੋਤਮ ਹੈ। ਮਹਾਰਿਸ਼ੀ ਵਾਲਮੀਕੀ ਦੇ ਆਚਾਰ ਵਿਚਾਰ ਅਤੇ ਆਦਰਸ਼ ਅੱਜ ਨਿਊ ਇੰਡੀਆ ਸਾਡੇ ਸੰਕਲਪ ਦੇ ਲਈ ਪ੍ਰੇਰਣਾ ਵੀ ਹੈ ਅਤੇ ਦਿਸ਼ਾ ਨਿਰਦੇਸ਼ ਵੀ ਹੈ। ਅਸੀਂ ਮਹਾਰਿਸ਼ੀ ਵਾਲਮੀਕੀ ਦੇ ਪ੍ਰਤੀ ਹਮੇਸ਼ਾ ਆਭਾਰੀ ਰਹਾਂਗੇ ਕਿ ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਮਾਰਗਦਰਸ਼ਨ ਦੇ ਲਈ ਰਾਮਾਇਣ ਵਰਗੇ ਮਹਾਗ੍ਰੰਥ ਦੀ ਰਚਨਾ ਕੀਤੀ। 31 ਅਕਤੂਬਰ ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਅਸੀਂ ਗੁਆ ਦਿੱਤਾ। ਮੈਂ ਆਦਰਪੂਰਵਕ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਕਸ਼ਮੀਰ ਦਾ ਪੁਲਵਾਮਾ ਪੂਰੇ ਦੇਸ਼ ਨੂੰ ਪੜ੍ਹਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਅੱਜ ਦੇਸ਼ ਭਰ ਵਿੱਚ ਬੱਚੇ ਆਪਣਾ ਹੋਮਵਰਕ ਕਰਦੇ ਨੇ, ਨੋਟਸ ਬਣਾਉਂਦੇ ਨੇ, ਤਾਂ ਕਿਤੇ ਨਾ ਕਿਤੇ ਇਸ ਦੇ ਪਿੱਛੇ ਪੁਲਵਾਮਾ ਦੇ ਲੋਕਾਂ ਦੀ ਸਖਤ ਮਿਹਨਤ ਵੀ ਹੈ। ਕਸ਼ਮੀਰ ਘਾਟੀ ਪੂਰੇ ਦੇਸ਼ ਦੀ ਲਗਭਗ 90% ਪੈਨਸਲ ਸਲੇਟ ਲੱਕੜ ਦੀ ਤਖਤੀ ਦੀ ਮੰਗ ਨੂੰ ਪੂਰਾ ਕਰਦੀ ਹੈ ਅਤੇ ਉਸ ਵਿੱਚ ਬਹੁਤ ਵੱਡੀ ਹਿੱਸੇਦਾਰੀ ਪੁਲਵਾਮਾ ਦੀ ਹੈ। ਇੱਕ ਸਮੇਂ ਅਸੀਂ ਲੋਕ ਵਿਦੇਸ਼ਾਂ ਤੋਂ ਪੈਨਸਲ ਦੇ ਲਈ ਲੱਕੜੀ ਮੰਗਵਾਉਂਦੇ ਸੀ,
ਲੇਕਿਨ ਹੁਣ ਸਾਡਾ ਪੁਲਵਾਮਾ ਇਸ ਖੇਤਰ ਨਾਲ ਦੇਸ਼ ਨੂੰ ਆਤਮ ਨਿਰਭਰ ਬਣਾ ਰਿਹਾ ਹੈ। ਅਸਲ ਵਿੱਚ ਪੁਲਵਾਮਾ ਦੇ ਇਹ ਪੈਨਸਿਲ ਸਲੇਟਸ ਸਟੇਟਸ ਦੇ ਵਿਚਕਾਰ ਦੇ ਗੈਪਸ ਨੂੰ ਘੱਟ ਕਰ ਰਹੇ ਨੇ। ਘਾਟੀ ਦੀ ਚਿਨਾਰ ਦੀ ਲੱਕੜੀ ਵਿੱਚ ਹਾਈ ਮੋਇਸਚਰ ਕੰਟੈਂਟ ਅਤੇ ਸੌਫਟਨੈਸ ਹੁੰਦੀ ਹੈ, ਜੋ ਪੈਨਸਿਲ ਦੇ ਨਿਰਮਾਣ ਦੇ ਲਈ ਉਸ ਨੂੰ ਸਭ ਤੋਂ ਸੂਟੇਬਲ ਬਣਾਉਂਦੀ ਹੈ। ਪੁਲਵਾਮਾ ਵਿੱਚ ਉਖੂ ਨੂੰ ਪੈਨਸਿਲ ਵਿਲੇਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਪੈਨਸਿਲ ਸਲੇਟ ਨਿਰਮਾਣ ਦੀਆਂ ਕਈ ਇਕਾਈਆਂ ਨੇ ਜੋ ਰੋਜ਼ਗਾਰ ਉਪਲਬਧ ਕਰਾਉਂਦੀਆਂ ਨੇ ਅਤੇ ਇਨ੍ਹਾਂ ਵਿੱਚ ਕਾਫੀ ਸੰਖਿਆ ਵਿੱਚ ਔਰਤਾਂ ਕੰਮ ਕਰਦੀਆਂ ਨੇ। ਸਾਥੀਓ, ਪੁਲਵਾਮਾ ਦੀ ਆਪਣੀ ਇਹ ਪਛਾਣ ਉਦੋਂ ਸਥਾਪਿਤ ਹੋਈ ਹੈ ਜਦੋਂ ਇੱਥੋਂ ਦੇ ਲੋਕਾਂ ਨੇ ਕੁਝ ਨਵਾਂ ਕਰਨ ਦੀ ਠਾਣੀ, ਕੰਮ ਨੂੰ ਲੈ ਕੇ ਰਿਸਕ ਉਠਾਇਆ ਅਤੇ ਖੁਦ ਨੂੰ ਉਸ ਦੇ ਪ੍ਰਤੀ ਸਮਰਪਿਤ ਕਰ ਦਿੱਤਾ। ਅਜਿਹੇ ਹੀ ਮਿਹਨਤੀ ਲੋਕਾਂ ਵਿੱਚੋਂ ਇੱਕ ਹੈ ਮੰਜ਼ੂਰ ਅਹਿਮਦ ਅਲਾਈ। ਪਹਿਲਾਂ ਮੰਜ਼ੂਰ ਭਾਈ ਲੱਕੜ ਕੱਟਣ ਵਾਲੇ ਇੱਕ ਆਮ ਮਜ਼ਦੂਰ ਸਨ। ਮੰਜ਼ੂਰ ਭਾਈ ਕੁਝ ਨਵਾਂ ਕਰਨਾ ਚਾਹੁੰਦੇ ਸਨ ਤਾਂ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਗਰੀਬੀ ਵਿੱਚ ਨਾ ਜੀਣ। ਉਨ੍ਹਾਂ ਨੇ ਆਪਣੀ ਪੁਸ਼ਤੈਨੀ ਜ਼ਮੀਨ ਵੇਚ ਦਿੱਤੀ ਅਤੇ ਐਪਲ ਵੁਡਨ ਬਾਕਸ ਯਾਨੀ ਸੇਬ ਰੱਖਣ ਵਾਲੇ ਲੱਕੜੀ ਦੇ ਬਕਸੇ ਬਣਾਉਣ ਦੀ ਯੂਨਿਟ ਸ਼ੁਰੂ ਕੀਤੀ। ਉਹ ਆਪਣੇ ਛੋਟੇ ਜਿਹੇ ਬਿਜ਼ਨਸ ਵਿੱਚ ਜੁਟੇ ਹੋਏ ਸਨ ਤਾਂ ਹੀ ਮੰਜ਼ੂਰ ਭਾਈ ਨੂੰ ਕਿਤੋਂ ਇਹ ਪਤਾ ਲੱਗਾ ਕਿ ਪੈਨਸਿਲ ਨਿਰਮਾਣ ਵਿੱਚ ਪੌਪੂਲਰ ਵੁੱਡ ਯਾਨੀ ਚਿਨਾਰ ਦੀ ਲੱਕੜੀ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਮਿਲਣ ਤੋਂ ਬਾਅਦ ਮੰਜ਼ੂਰ ਭਾਈ ਨੇ ਆਪਣੀ ਯੋਗਤਾ ਵਿਖਾਉਂਦੇ ਹੋਏ ਕੁਝ ਫੇਮਸ ਪੈਨਸਿਲ ਮੈਨੂਫੈਕਚਰਿੰਗ ਯੂਨਿਟਸ ਨੂੰ ਪੌਪੂਲਰ ਵੁਡਨ ਬਾਕਸ ਦੀ ਸਪਲਾਈ ਸ਼ੁਰੂ ਕਰ ਦਿੱਤੀ। ਮੰਜ਼ੂਰ ਜੀ ਨੂੰ ਇਹ ਬਹੁਤ ਫਾਇਦੇਮੰਦ ਲੱਗਿਆ ਅਤੇ ਉਨ੍ਹਾਂ ਦੀ ਆਮਦਨੀ ਵੀ ਚੰਗੀ ਖਾਸੀ ਵਧਣ ਲੱਗੀ। ਸਮੇਂ ਦੇ ਨਾਲ ਉਨ੍ਹਾਂ ਨੇ ਪੈਨਸਿਲ ਸਲੇਟ ਮੈਨੂਫੈਕਚਰਿੰਗ ਮਸ਼ੀਨਰੀ ਲੈ ਲਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਪੈਨਸਿਲ ਸਲੇਟ ਦੀ ਸਪਲਾਈ ਸ਼ੁਰੂ ਕਰ ਦਿੱਤੀ। ਅੱਜ ਮੰਜ਼ੂਰ ਭਾਈ ਦੇ ਇਸ ਬਿਜ਼ਨਸ ਦਾ ਟਰਨਓਵਰ ਕਰੋੜਾਂ ਵਿੱਚ ਹੈ ਅਤੇ ਉਹ ਲਗਭਗ 200 ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੇ ਨੇ। ਅੱਜ ਮਨ ਕੀ ਬਾਤ ਦੇ ਜ਼ਰੀਏ ਸਾਰੇ ਦੇਸ਼ ਵਾਸੀਆਂ ਦੇ ਵੱਲੋਂ ਮੈਂ ਮੰਜ਼ੂਰ ਭਾਈ ਸਮੇਤ ਪੁਲਵਾਮਾ ਦੇ ਮਿਹਨਤਕਸ਼ ਭੈਣ ਭਰਾਵਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਸ਼ਲਾਘਾ ਕਰਦਾ। ਤੁਸੀਂ ਸਾਰੇ ਦੇਸ਼ ਦੇ ਯੰਗ ਮਾਈਂਡਸ ਸਿੱਖਿਅਤ ਕਰਨ ਦੇ ਲਈ ਆਪਣਾ ਬਹੁਮੁੱਲਾ ਯੋਗਦਾਨ ਦੇ ਰਹੇ ਹੋ। ਮੇਰੇ ਪਿਆਰੇ ਦੇਸ਼ ਵਾਸੀਓ, ਲਾਕਡਾਊਨ ਦੇ ਦੌਰਾਨ ਟੈਕਨੋਲੋਜੀ ਬੇਸਡ ਸਰਵਿਸ ਡਿਲੀਵਰੀ ਦੇ ਲਈ ਕਈ ਪ੍ਰਯੋਗ ਸਾਡੇ ਦੇਸ਼ ਵਿੱਚ ਹੋਏ ਨੇ ਅਤੇ ਹੁਣ ਅਜਿਹਾ ਨਹੀਂ ਰਿਹਾ ਕਿ ਬਹੁਤ ਵੱਡੀ ਟੈਕਨੋਲੋਜੀ ਅਤੇ ਲੌਜਿਸਟਿਕ ਕੰਪਨੀਜ਼ ਹੀ ਇਹ ਕਰ ਸਕਦੀਆਂ ਨੇ। ਝਾਰਖੰਡ ਵਿੱਚ ਇਹ ਕੰਮ ਔਰਤਾਂ ਦੇ ਸੈਲਫ ਹੈਲਪ ਗਰੁੱਪ ਨੇ ਕਰ ਵਿਖਾਇਆ ਹੈ। ਇਨ੍ਹਾਂ ਔਰਤਾਂ ਨੇ ਕਿਸਾਨਾਂ ਦੇ ਖੇਤਾਂ ਤੋਂ ਸਬਜ਼ੀਆਂ ਦੇ ਫਲ ਲਏ ਅਤੇ ਸਿੱਧੇ ਘਰਾਂ ਤੱਕ ਪਹੁੰਚਾਏ। ਇਨ੍ਹਾਂ ਔਰਤਾਂ ਨੇ ਅਜੀਵਿਕਾ ਫਾਰਮ ਫਰੈਸ਼ ਨਾਂ ਨਾਲ ਇੱਕ ਐਪ ਬਣਵਾਇਆ ਜਿਸ ਦੇ ਜ਼ਰੀਏ ਲੋਕ ਆਸਾਨੀ ਨਾਲ ਸਬਜ਼ੀਆਂ ਮੰਗਵਾ ਸਕਦੇ ਨੇ। ਇਸ ਪੂਰੀ ਕੋਸ਼ਿਸ਼ ਨਾਲ ਕਿਸਾਨਾਂ ਨੂੰ ਆਪਣੀਆਂ ਸਬਜ਼ੀਆਂ ਅਤੇ ਫਲਾਂ ਦੀ ਚੰਗੀ ਕੀਮਤ ਮਿਲੀ ਅਤੇ ਲੋਕਾਂ ਨੂੰ ਵੀ ਫਰੈਸ਼ ਸਬਜ਼ੀਆਂ ਅਤੇ ਫਰੂਟ ਮਿਲਦਾ ਰਿਹਾ। ਉੱਥੇ ਅਜੀਵਿਕਾ ਫਾਰਮ ਫਰੈਸ਼ ਐਪ ਦਾ ਆਈਡੀਆ ਬਹੁਤ ਪੌਪੂਲਰ ਹੋ ਰਿਹਾ ਹੈ। ਲਾਕਡਾਊਨ ਵਿੱਚ ਇਨ੍ਹਾਂ ਨੇ 50 ਲੱਖ ਰੁਪਏ ਤੋਂ ਵੀ ਜ਼ਿਆਦਾ ਦੀਆਂ ਫਲ ਸਬਜ਼ੀਆਂ ਲੋਕਾਂ ਤੱਕ ਪਹੁੰਚਾਈਆਂ ਨੇ। ਸਾਥੀਓ, ਐਗਰੀਕਲਚਰ ਸੈਕਟਰ ਵਿੱਚ ਨਵੀਆਂ ਸੰਭਾਵਨਾਵਾਂ ਬਣਦੀਆਂ ਵੇਖ ਸਾਡੇ ਨੌਜਵਾਨ ਵੀ ਕਾਫੀ ਗਿਣਤੀ ਵਿੱਚ ਇਸ ਨਾਲ ਜੁੜਨ ਲੱਗੇ ਨੇ। ਮੱਧ ਪ੍ਰਦੇਸ਼ ਦੇ ਬੜਵਾਨੀ ਵਿੱਚ ਅਤੁਲ ਪਾਟੀਦਾਰ ਆਪਣੇ ਖੇਤਰ ਦੇ 4000 ਕਿਸਾਨਾਂ ਨੂੰ ਡਿਜੀਟਲ ਰੂਪ ਨਾਲ ਜੋੜ ਚੁੱਕੇ ਨੇ। ਇਹ ਕਿਸਾਨ ਅਤੁਲ ਪਾਟੀਦਾਰ ਦੇ ਪਲੈਟਫਾਰਮ ਫਾਰਮ ਕਾਰਡ ਦੇ ਜ਼ਰੀਏ ਖੇਤੀ ਦੇ ਸਮਾਨ ਜਿਵੇਂ ਖਾਦ ਬੀਜ ਪੈਸਟੀਸਾਈਡ ਫੰਗੀਸਾਈਡ ਆਦਿ ਦੀ ਹੋਮ ਡਿਲੀਵਰੀ ਪਾ ਰਹੇ ਨੇ। ਯਾਨੀ ਕਿਸਾਨਾਂ ਨੂੰ ਘਰ ਤੱਕ ਉਨ੍ਹਾਂ ਦੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਮਿਲ ਰਹੀਆਂ ਨੇ। ਇਸ ਡਿਜੀਟਲ ਪਲੈਟਫਾਰਮ ਉੱਤੇ ਆਧੁਨਿਕ ਖੇਤੀ ਉਪਕਰਣ ਵੀ ਕਿਰਾਏ 'ਤੇ ਮਿਲ ਜਾਂਦੇ ਨੇ। ਲਾਕਡਾਊਨ ਦੇ ਸਮੇਂ ਵੀ ਇਸ ਡਿਜੀਟਲ ਪਲੈਟਫਾਰਮ ਦੇ ਜ਼ਰੀਏ ਕਿਸਾਨਾਂ ਨੂੰ ਹਜ਼ਾਰਾਂ ਪੈਕੇਟ ਡਿਲੀਵਰ ਕੀਤੇ ਗਏ ਜਿਨ੍ਹਾਂ ਵਿੱਚ ਕਪਾਹ ਅਤੇ ਸਬਜ਼ੀਆਂ ਦੇ ਬੀਜ ਵੀ ਸਨ। ਅਤੁਲ ਜੀ ਅਤੇ ਉਨ੍ਹਾਂ ਦੀ ਟੀਮ ਕਿਸਾਨਾਂ ਨੂੰ ਤਕਨੀਕੀ ਰੂਪ ਨਾਲ ਜਾਗਰੂਕ ਕਰ ਰਹੀ ਹੈ, ਆਨਲਾਈਨ ਪੇਮੈਂਟ ਅਤੇ ਖਰੀਦਦਾਰੀ ਸਿਖਾ ਰਹੀ ਹੈ। ਸਾਥੀਓ, ਇਨ੍ਹੀਂ ਦਿਨੀਂ ਮਹਾਰਾਸ਼ਟਰ ਦੀ ਇੱਕ ਘਟਨਾ ਵੱਲ ਮੇਰਾ ਧਿਆਨ ਗਿਆ। ਉੱਥੇ ਇੱਕ ਫਾਰਮਰ ਪ੍ਰੋਡਿਊਸਰ ਕੰਪਨੀ ਨੇ ਮੱਕੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਮੱਕੀ ਖਰੀਦੀ। ਕੰਪਨੀ ਨੇ ਕਿਸਾਨਾਂ ਨੂੰ ਇਸ ਵਾਰ ਮੁੱਲ ਦੇ ਇਲਾਵਾ ਬੋਨਸ ਵੀ ਦਿੱਤਾ। ਕਿਸਾਨਾਂ ਨੂੰ ਵੀ ਇੱਕ ਸੁਖਦ ਹੈਰਾਨੀ ਹੋਈ ਜਦੋਂ ਉਸ ਕੰਪਨੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਜੋ ਨਵੇਂ ਖੇਤੀ ਕਾਨੂੰਨ ਬਣਾਏ ਨੇ, ਹੁਣ ਉਸ ਦੇ ਤਹਿਤ ਕਿਸਾਨ ਭਾਰਤ ਵਿੱਚ ਕਿਤੇ ਵੀ ਫਸਲ ਵੇਚ ਪਾ ਰਹੇ ਨੇ
ਅਤੇ ਉਹਨਾਂ ਨੂੰ ਚੰਗੀ ਕੀਮਤ ਮਿਲ ਰਹੀ ਹੈ। ਇਸ ਲਈ ਉਹਨਾਂ ਨੇ ਸੋਚਿਆ ਕਿ ਇਸ ਵਾਰ ਐਕਸਟਰਾ ਪ੍ਰੋਫਿਟ ਨੂੰ ਕਿਸਾਨਾਂ ਦੇ ਨਾਲ ਵੀ ਵੰਡਣਾ ਚਾਹੀਦਾ ਹੈ। ਉਸ 'ਤੇ ਉਹਨਾਂ ਦਾ ਵੀ ਹੱਕ ਹੈ ਅਤੇ ਉਹਨਾਂ ਨੇ ਕਿਸਾਨਾਂ ਨੂੰ ਬੋਨਸ ਦਿੱਤਾ। ਸਾਥੀਓ, ਬੋਨਸ ਅਜੇ ਭਾਵੇਂ ਛੋਟਾ ਹੀ ਹੋਵੇ, ਲੇਕਿਨ ਇਹ ਸ਼ੁਰੂਆਤ ਬਹੁਤ ਵੱਡੀ ਹੈ। ਇਸ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਨਵੇਂ ਖੇਤੀ ਕਾਨੂੰਨ ਨਾਲ ਜ਼ਮੀਨੀ ਪੱਧਰ 'ਤੇ ਕਿਸ ਤਰ੍ਹਾਂ ਦੇ ਬਦਲਾਅ ਕਿਸਾਨਾਂ ਦੇ ਪੱਖ ਵਿੱਚ ਆਉਣ ਦੀਆਂ ਸੰਭਾਵਨਾਵਾਂ ਭਰੀਆਂ ਪਈਆਂ ਨੇ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਮਨ ਕੀ ਬਾਤ ਵਿੱਚ ਦੇਸ਼ ਵਾਸੀਆਂ ਦੀਆਂ ਅਸਾਧਾਰਣ ਉਪਲਬਧੀਆਂ, ਸਾਡੇ ਦੇਸ਼, ਸਾਡੀ ਸੰਸਕ੍ਰਿਤੀ ਦੇ ਵੱਖ-ਵੱਖ ਪਹਿਲੂਆਂ ਉੱਤੇ ਤੁਹਾਡੇ ਸਾਰਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਸਾਡਾ ਦੇਸ਼ ਪ੍ਰਤਿਭਾਵਾਨ ਲੋਕਾਂ ਨਾਲ ਭਰਿਆ ਹੈ। ਜੇਕਰ ਤੁਸੀਂ ਵੀ ਅਜਿਹੇ ਲੋਕਾਂ ਨੂੰ ਜਾਣਦੇ ਹੋ ਤਾਂ ਉਹਨਾਂ ਦੇ ਬਾਰੇ ਗੱਲ ਕਰੋ, ਲਿਖੋ ਅਤੇ ਉਹਨਾਂ ਦੀਆਂ ਸਫਲਤਾਵਾਂ ਨੂੰ ਸ਼ੇਅਰ ਕਰੋ। ਆਉਣ ਵਾਲੇ ਤਿਉਹਾਰਾਂ ਦੀ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ। ਲੇਕਿਨ ਇੱਕ ਗੱਲ ਯਾਦ ਰੱਖਣਾ ਅਤੇ ਤਿਉਹਾਰਾਂ ਵਿੱਚ ਵਿਸ਼ੇਸ਼ ਰੂਪ ਨਾਲ ਯਾਦ ਰੱਖਣਾ, ਮਾਸਕ ਪਹਿਨਣਾ, ਹੱਥ ਸਾਬਣ ਨਾਲ ਧੋਂਦੇ ਰਹਿਣਾ, 2 ਗਜ਼ ਦੀ ਦੂਰੀ ਬਣਾਈ ਰੱਖਣੀ ਹੈ। ਸਾਥੀਓ, ਅਗਲੇ ਮਹੀਨੇ ਫੇਰ ਤੁਹਾਡੇ ਨਾਲ ਮਨ ਕੀ ਬਾਤ ਹੋਏਗੀ। ਬਹੁਤ-ਬਹੁਤ ਧੰਨਵਾਦ।